ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੱਲ੍ਹ ਦੇ ਸਾਡੇ ਜਿਹੜੇ ਦੋ ਵਿਸ਼ੇ ਨੇ, ਉਹ ਪਹਿਲਾ ਵਿਸ਼ਾ ਕੱਲ੍ਹ ਦਾ ਸਾਡਾ ਹੈ ਕਿ ਸਾਇੰਸ ਐਂਡ ਇਨਵਾਇਰਮੈਂਟ ਦਾ ਸੰਕਲਪ ਗੁਰਬਾਣੀ ਵਿੱਚ ਜਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਡਾਕਟਰ ਸਵਰਾਜ ਸਿੰਘ ਜੀ ਕਰਨਗੇ। ਉਹ ਜਿਹੜਾ ਦੂਸਰਾ ਸਾਡਾ ਹੈ ਕਿ ਹਾਊ ਟੂ ਅਟਰੈਕਟ ਦਾ ਯੰਗਰ ਜਨਰੇਸ਼ਨ ਟੂਵਰਡਸ ਨਹੀਂ ਇਹ ਨਹੀਂ ਹੈ, ਸੌਰੀ, ਹਾਊ ਟੂ ਅਟਰੈਕਟ ਔਰ ਯੰਗਰ ਜਨਰੇਸ਼ਨ ਟੂਵਰਡਸ ਗੁਰੂ ਗ੍ਰੰਥ ਸਾਹਿਬ, ਬ੍ਰਿਜਿੰਗ ਦਾ ਗੈਪ ਬਿਟਵੀਨ ਯੰਗਸਟਰਸ ਐਂਡ ਗੁਰੂ ਗ੍ਰੰਥ ਸਾਹਿਬ। ਇਹ ਦੂਸਰਾ, ਇਹ ਰਮਿੰਦਰ ਕੌਰ ਜੀ ਕਰਨਗੇ ਇਹ ਲੈਕਚਰ। ਹੁਣ ਦਾ ਸਾਡਾ ਜਿਹੜਾ ਲੈਕਚਰ ਹੈ ਅੱਜ ਦੇ ਇਸ ਸ਼ਤਾਬਦੀ ਦੇ ਯੁੱਗ ਦੇ ਵਿੱਚ ਬਹੁਤ ਮਾਇਨੇ ਰੱਖਣ ਵਾਲਾ ਇਹ ਲੈਕਚਰ ਹੈ। ਵੂਮਨ ਐਮਪਾਵਰਮੈਂਟ, ਰਾਈਟਸ ਐਂਡ ਡਿਊਟੀਜ਼। ਗੁਰੂ ਗ੍ਰੰਥ ਸਾਹਿਬ ਜਾਂ ਗੁਰਮਤਿ ਜਾਂ ਗੁਰਬਾਣੀ ਦੇ ਵਿੱਚ ਇਹ ਜਿਹੜਾ ਸੰਕਲਪ ਹੈ ਇਹ ਸਾਨੂੰ ਕੀ ਦੱਸ ਰਿਹਾ। 21ਵੀਂ ਸ਼ਤਾਬਦੀ 'ਚ ਅਸੀਂ ਵਿਚਰ ਰਹੇ ਹਾਂ। ਹਰ ਨਾਮੁਮਕਿਨ ਮੁਮਕਿਨ ਹੋ ਰਿਹਾ ਹੈ। ਟੈਕਨੋਲੋਜੀ ਬੁਲੰਦੀਆਂ ਨੂੰ ਟੈਕਨੋਲੋਜੀ ਨੇ ਛੂਹ ਲਿਆ। ਬੜੀਆਂ ਖੋਜਾਂ, ਸੂਖਮ ਤੋਂ ਸੂਖਮ ਇਨਸਾਨ ਦੇ ਅੰਗਾਂ ਦੀ ਜਿਹੜੀ ਹੈ ਉਹ ਹਿੱਸੇ ਤੋਂ ਪਰਦਾ ਉੱਠ ਰਿਹਾ। ਬ੍ਰਹਮੰਡ ਕੀ ਹੈ, ਕਿਸ ਤਰ੍ਹਾਂ ਦਾ ਹੈ। ਚੰਨ ਔਰ ਮੰਗਲ ਗ੍ਰਹਿ ਦੇ ਉੱਤੇ ਆਦਮੀ ਕਲੋਨੀਆਂ ਬਣਾਉਣ ਦੀ ਗੱਲ ਕਰ ਰਿਹਾ ਔਰ ਇਤਨਾ ਬਦਲਾਵ ਆ ਗਿਆ ਦੁਨੀਆ ਵਿੱਚ। ਮਾਹੌਲ ਬਦਲ ਗਿਆ, ਸਮਾਜ ਬਦਲ ਗਿਆ, ਇਨਸਾਨ ਵੀ ਬਦਲ ਗਿਆ ਔਰ ਇਸ ਚਕਾਚੌਂਧ ਸਮਾਜ ਵਿੱਚ ਸਭ ਕੁਝ ਬਦਲਿਆ। ਨਹੀਂ ਬਦਲਿਆ ਤਾਂ ਇੱਕ ਇਸ ਤਰ੍ਹਾਂ ਇਸਤਰੀ ਦੇ ਪ੍ਰਤੀ, ਨਾਰੀ ਦੇ ਪ੍ਰਤੀ, ਵੂਮਨ ਦੇ ਪ੍ਰਤੀ ਜਿਹੜੀ ਸਾਡੀ ਸਦੀਆਂ ਪੁਰਾਣੀ ਜ਼ਹਿਨੀਅਤ ਹੈ ਇਹ ਅਜੇ ਤੱਕ ਨਹੀਂ ਬਦਲੀ। ਜਦੋਂ ਅਸੀਂ ਆਪਣੇ ਆਸ-ਪਾਸ ਦੇਖਦੇ ਹਾਂ ਸਮਾਜ ਦੇ ਵਿੱਚ ਤਾਂ ਅਸੀਂ ਰੋਜ਼ ਅਖਬਾਰਾਂ ਵਿੱਚ, ਟੀਵੀ ਵਿੱਚ ਖਬਰਾਂ ਜੋ ਪੜ੍ਹਦੇ ਹਾਂ। ਪਿੱਛੇ ਜਿਹੜਾ ਦਸੰਬਰ ਦੇ ਵਿੱਚ ਦਿੱਲੀ ਵਿੱਚ ਜੋ ਐਪੀਸੋਡ ਹੋਇਆ, ਜੋ ਰੋਜ਼ ਅਸੀਂ ਦੇਖਦੇ ਹਾਂ। ਹੁਣ ਇਹ ਆਸਾਰਾਮ ਵਾਲੀਆਂ ਜਿਹੜੀਆਂ ਗੱਲਾਂ ਅਸੀਂ ਟੀਵੀ 'ਚ ਦੇਖ ਰਹੇ ਹਾਂ, ਭਰੂਣ ਹੱਤਿਆ ਦੀਆਂ ਗੱਲਾਂ ਹੋ ਰਹੀਆਂ ਨੇ। ਚਾਰੋਂ ਪਾਸੇ ਭਾਵੇਂ ਭਰੂਣ ਹੱਤਿਆ ਦਾ ਵਿਰੋਧ ਹੋ ਰਿਹਾ ਔਰ ਫਿਰ ਵੀ ਇਟਸ ਹੈਪਨਿੰਗ ਔਨ ਗਰਾਊਂਡ ਰਿਐਲਿਟੀ। ਹੁਣ ਘਰੇਲੂ ਹਿੰਸਾ ਦੀ ਗੱਲ ਕਰਾਂ ਤਾਂ ਘਰ ਦੇ ਵਿੱਚ ਅਸੀਂ ਰੋਜ਼ ਪੜ੍ਹਦੇ ਹਾਂ, ਦੇਖਦੇ ਹਾਂ, ਸੁਣਦੇ ਹਾਂ ਕਿ ਘਰੇਲੂ ਹਿੰਸਾ ਹੋ ਰਹੀ ਹੈ, ਜ਼ਿਆਦਤੀ ਹੋ ਰਹੀ ਹੈ ਔਰਤ ਨਾਲ, ਨਾਰੀ ਨਾਲ। ਭਾਵੇਂ ਕਾਨੂੰਨ ਨਵੇਂ ਤੋਂ ਨਵੇਂ ਰੋਜ਼ ਬਣ ਰਹੇ ਨੇ ਫਾਰ ਦਾ ਪ੍ਰੋਟੈਕਸ਼ਨ ਆਫ ਵੂਮੈਨ, ਸੰਵਿਧਾਨਕ ਹੱਕ ਦੇ ਦਿੱਤੇ ਗਏ ਨੇ। ਪੋਲਿਟਿਕਸ ਦੇ ਵਿੱਚ ਵੂਮੈਨ ਰਿਜ਼ਰਵੇਸ਼ਨਸ ਦੀਆਂ ਗੱਲਾਂ ਚੱਲ ਰਹੀਆਂ ਨੇ। ਪਰ ਹੁਣ ਸੋਚਣ ਔਰ ਸਮਝਣ ਦੀ ਗੱਲ ਹੈ ਕਿ ਕੀ ਇਹ ਸਭ ਦੇ ਨਾਲ ਸਮਾਜ ਦੇ ਵਿੱਚ ਸਥਿਤੀ ਕੋਈ ਬਦਲਾਵ ਆਇਆ? ਅਸੀਂ ਕੀ ਦੇਖ ਰਹੇ ਹਾਂ ਕੋਈ ਬਦਲਾਵ? ਇਹ ਸੱਚ ਨਹੀਂ ਕਿ ਇਸਤਰੀ ਨੂੰ ਅਸੀਂ ਕਈ ਰੂਪਾਂ ਦੇ ਵਿੱਚ, ਪੁਰਸ਼ ਦੇ ਸਾਹਮਣੇ ਇਸਤਰੀ ਸਾਡੇ ਕਈ ਰੂਪਾਂ ਵਿੱਚ ਵਿਚਰਦੀ ਹੈ, ਪਰ ਇਸਤਰੀ ਦੇ ਕਿਸ ਰੂਪ ਨਾਲ ਪੁਰਸ਼ ਨੇ ਕਿਸ ਰੂਪ ਦੇ ਵਿੱਚ ਪੇਸ਼ ਆਉਣਾ, ਇਸ ਦਾ ਸਲੀਕਾ, ਤੇ ਮੈਂ ਥੋੜ੍ਹੀ ਹਾਰਸ਼ ਭਾਸ਼ਾ ਯੂਜ਼ ਕਰਾਂ ਤਾਂ ਇਸ ਦੀ ਤਮੀਜ਼ ਅਜੇ ਤੱਕ ਸਾਨੂੰ ਅਜੇ ਸਿੱਖਣੀ ਬਾਕੀ ਹੈ। ਗੁਰੂ ਗ੍ਰੰਥ ਸਾਹਿਬ ਨੂੰ ਅਸੀਂ ਮੰਨਦੇ ਹਾਂ, ਗੁਰੂ ਗ੍ਰੰਥ ਸਾਹਿਬ ਦੀ ਨਹੀਂ ਮੰਨਦੇ। ਜਗ੍ਹਾ 'ਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਅਸੀਂ ਹਰ ਵਾਰ ਆਪਣੇ ਲੈਕਚਰਾਂ ਵਿੱਚ ਆਦਰਸ਼ਾਂ ਦੀ ਗੱਲ ਕਰਦੇ ਹਾਂ। ਅਤੇ ਜੇ ਦੂਸਰੇ ਪਾਸੇ ਆਵਾਂ ਮੋਡਰਨਿਟੀ ਵੱਲ ਤਾਂ ਧਿਆਨ ਦੇਣਾ, ਅੱਜ ਰਸੋਈਆਂ, ਘਰ ਦੀਆਂ ਰਸੋਈਆਂ ਜਿਹੜੀਆਂ ਨੇ ਇਹ ਖਤਮ ਹੋ ਰਹੀਆਂ ਨੇ। ਕੁਦਰਤ ਦੀ ਜਿਹੜੀ ਦੇਣ ਹੈ ਨਾਰੀ ਨੂੰ ਦਿੱਤੀ ਹੋਈ, ਨਜ਼ਾਕਤ, ਮਮਤਾ, ਤਿਆਗ, ਇਹ ਵੀ ਖਤਮ ਹੋ ਰਿਹਾ ਹੈ। ਦੋਨਾਂ ਪਾਸੇ ਥੋੜ੍ਹੀ ਗੱਲ ਜਿਹੜੀ ਹੈ ਉਹ ਖਤਮ ਹੋ ਰਹੀ ਹੈ। ਹੁਣ ਵਿਚਾਰਨ ਵਾਲੀ ਗੱਲ, ਸੋਚਣ ਵਾਲੀ ਗੱਲ, ਸਮਝਣ ਵਾਲੀ ਗੱਲ ਇਹ ਹੈ ਕਿ ਸਿੱਖ ਕੌਮ ਦੇ ਵਿੱਚ ਜਿਹੜੀ ਇਸਤਰੀ ਨਾਲ ਸੰਬੰਧਿਤ ਧਾਰਮਿਕ ਅਤੇ ਇਤਿਹਾਸਕ ਪੱਖ ਕਿਤਨੇ ਮਜ਼ਬੂਤ ਨੇ। ਜਦੋਂ ਅਸੀਂ ਆਪਣਾ ਇਤਿਹਾਸ ਪੜ੍ਹੀਏ ਜਾਂ ਜਦੋਂ ਅਸੀਂ ਗੁਰਮਤਿ ਜਾਂ ਗੁਰਬਾਣੀ ਪੜ੍ਹੀਏ, ਪਰ ਕੀ ਅੱਜ ਸਾਡੀ ਕੌਮ ਦੇ ਵਿੱਚ ਜਿਹੜੀ ਇਸਤਰੀ ਦੀ ਸਥਿਤੀ ਹੈ ਉਹ ਇਤਨੀ ਮਜ਼ਬੂਤ ਹੈ ਜਿੰਨੀ ਸਾਡੇ ਇਤਿਹਾਸਾਂ ਦੇ ਵਿੱਚ ਜਾਂ ਜਿੰਨੀ ਸਾਨੂੰ ਗੁਰਬਾਣੀ ਵਿੱਚ ਦੱਸੀ ਗਈ ਸੀ? ਇਹ ਬੜੀ ਸੋਚਣ ਵਾਲੀ ਗੱਲ ਹੈ ਔਰ ਬੜੀ ਬੇਚੈਨ ਕਰਨ ਵਾਲੀ ਗੱਲ ਹੈ ਕਿ ਹੈਰਾਨੀਜਨਕ ਨਾਲ ਇਹ ਪ੍ਰਸ਼ਨ ਵੀ ਹੈ ਕਿ ਜਿਹੜੇ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲੇ ਨੇ ਉਹਨਾਂ ਦੇ ਘਰਾਂ ਦੇ ਵਿੱਚ ਨੂੰਹਾਂ ਨਾਲ, ਪਤਨੀਆਂ ਨਾਲ, ਮਾਵਾਂ ਨਾਲ ਬਦਸਲੂਕੀ ਔਰ ਧੱਕਾ ਹੋ ਰਿਹਾ। ਅਸੀਂ ਕਿਉਂਕਿ ਬਹੁਤ ਵਿਚਰਦੇ ਹਾਂ, ਸਾਨੂੰ ਬਹੁਤ ਲੋਕ ਮਿਲਦੇ ਨੇ। ਮੈਂ ਅਕਸਰ ਇਹ ਗੱਲ ਕਹਿੰਦਾ
कि मेरे को बड़े बार बच्चियां यंग बच्चियां आंदियां ने जिन्हां दे विआह होया 2 महीने 8 महीने या साल होया हुंदा है, उन्हां नाल ज़्यादतियां होईयां हुंदियां ने। कित्थे ना कित्थे ये जिहड़ी नारी दे प्रति या इस्त्री दे प्रति जिहड़ियां गल्लां सानूं साडा धर्म दस रहा है, साडा समाज है, साडे जिहड़ा इखलाक है, उस नूं असीं जो है उन्होंने भुलते जा रहे हैं, उसनों अपना विसार रहे हैं। देखो नारी जिहड़ी है संसार में अगर देखिए तो नारी एक बीज इकाई है, वो धी है, वो बहन है, वो नूह है, वो पत्नी है, और सब तो नारी का जिहड़ा खूबसूरत पक्ष है वो माँ है। तो ये गुरु ग्रंथ साहब नूं जदों असीं उहदा मुतालिया करिए, उसनूं पढ़ीए, तो उहदे विच तुसीं देखोगे उहदे विच नारी दी प्रीत है, नारी दी लोचा है, नारी दा विजोग है, नारी दी पटकन, नारी दा आचार व्यवहार, गुरबाणी दा सारा मॉडल जिहड़ा है वो जिहड़ा एज ए वूमेन करके प्रवान किया गया। और प्रभु दे राह ते अगर तुसीं तुरना है तो गुरु नानक साहब दा ये जिहड़ा फिलोसफी सी वो सी कि तुसीं नारी दे औरत दे गुण जिहड़े ने वो तुहानूं हासिल करने पैणगे। औरत नूं सुलखनी कह है, बाणी दे विच सुलखनी कह के सत्कारिया गया, और औरत दे कुख विचों पैदा होने वाली जिहड़ी मनुख जाति है वो औरत ते पाबंदियां अज लगा रही है। ये सारियां गल्लां जिहड़ियां ने देखो अज असीं अपने आस पास जदों देखदे हां तां सिख संस्थावां दे विच मैं क्योंकि गुरुद्वारियां नाल असीं संबंधित हाँ, यूनीवर्सिटियां नाल संबंधित हाँ, पर जदों अपने गुरुद्वारिਆਂ दे निज़ामां नूं देखदे हां ते जिहड़ियां महिलावां ने उन्हां दा जिहड़ा दर्जा जिहड़ा असीं दे रहे हां वो गुरु ग्रंथ साहब या गुरु साहिबान दे चिंतन अनुसार जिहड़ा उन्हां नूं जिहड़ी इज्जत देनी चाहिदी है वो अज साडे समाज विच या साडे गुरुद्वारिਆਂ दे विच या साडी सिख कौम दे विच नहीं दिता जा रहा। गुरु साहब ने और गुरबाणी ने महिलावां बारे जो चिंतन दिता सी उसका अभ्यास सानूं हुण अपने समय नालों अगेरे सी, पर अत्यंत विशेष भी सी। पर गुरबाणी का संदेश जिहड़ा है वो सृष्टि का रहस्य जानन लई, वो अनुभव करन लई इस्त्री दी आत्मा बनना जरूरी है। एक गुरु साहब की फिलोसफी सी। कितना वड्डा एक मान दिता सी उन्होंने इस्त्री जात नूं। तो महिला का जिहड़ा प्रतीक है वो गुरु साहब ने साजिया, वो महिला की शक्ति और वह सृजनात्मक जिहड़ी उहदी वैल्यू है उसकी विशेषता नूं पछाणदा है। और ये विशेषता जिहड़ी है एक दैवी गुण है जो पुरुष कोल नहीं है। तो पुरुष नूं इह समर्था प्राप्त करने लई गुरु साहब का आदेश दिता गया कि जे तू रब नूं पाना है तो नारी वाले गुण जिहड़े ने वो तू पा। इस लैक्चर नूं कि गुरु ग्रंथ साहब दे विच या गुरमत दे विच वूमेन एम्पावरमेंट, वूमेन राइट्स ते वूमेन ड्यूटीज़ दी किस तरह सानूं समझाइयां गईयां ने, ये लैक्चर भावना मलिक जी करनगे। भावना मलिक जी इस कोर्स तो ही साडे विच आए, कोर्स 2-3 कोर्स कीते, फिर MA रिलीजियस स्टडी की, पूरी यूनीवर्सिटी नूं टॉप किया इन्हां ने। उस तो बाद पंजाबी यूनीवर्सिटी नाल एक प्रोजैक्ट कर रहे हैं जुवेनाइल क्राइम ते जुवेनाइल क्राइम्स। तो इस जुवेनाइल क्राइम्स नूं स्क्रिप्चर दी या गुरु ग्रंथ साहब की वैल्यू सिस्टम नाल किस तरह उसनूं असीं उसदे उन्नूं ठीक कर सकते हैं। और नाल दे नाल PhD भी करन जा रहे हैं। MA रिलीजन दियां क्लासां साडे गुरमत कॉलेज विच लैंदे ने, जर्नलिस्ट ने, स्पिरिचुअलिटी ते लिखते हैं। एक इन्हां दे 1-2 आर्टिकल बहुत बहुत मशहूर होए, खास करके एक इन्हां दा आर्टिकल एक लाइफ पॉजिटिव मैगजीन है जिहड़ा बॉम्बे तो छपदा है, सिख रिव्यू विच मैगजीन का जिहड़ा ये आर्टिकल सी उसका जिहड़ा हैडिंग सी जर्नी ओम टू एक ओमकार। तो ये इन्हां दा आर्टिकल पूरे वर्ल्ड विच गया। कल मैनूं कोई मलेशिया तो वीर जी आए हुए सी जिहड़े चाहते सी कि ये जिहड़ा कोर्स है ये तुसी अपनी पूरी टीम लिया के मलेशिया दे विच सानूं 10-15 दिनों विच पूरा करके दिओ। तो ही टोल्ड मी कि मैं तुहाडे सारे लैक्चर असीं देखदे हां। उसने ही सानूं इत्थे अमरीन बारे, भावना मलिक बारे उसने सानूं दस्सिया कि असीं तुहाडे सारे आर्टिकल और सारियां ये लैक्चर सुनदे हां। तो मैं भावना मलिक जी नूं बेनती करांगा कि अज दा लैक्चर वूमेन एम्पावरमेंट दे उत्ते ये करनगे। रिस्पैक्टेड चेयरमैन सर, डॉक्टर स्वराज सिंह जी, इस हॉल विच मौजूद सभी नूं वाहिगुरु जी का खालसा, वाहिगुरु जी की फतेह। कोई गावे, को सुने, कोई करे विचार। 3 स्टेजेस और 3 टाइप्स परमात्मा नाल जुड़न दियां गुरु साहब ने साढ़े सामने रखिया ने।
ਕੋਈ ਪਰਮਾਤਮਾ ਨਾਲ ਉਹਨੂੰ ਗਾ ਕੇ, ਉਹਦੇ ਗੁਣ ਗਾ ਕੇ ਉਸ ਤੱਕ ਪਹੁੰਚਦਾ ਹੈ, ਜਿਸ ਤਰ੍ਹਾਂ ਸਰ ਨੇ ਆਪਣੇ ਲੈਕਚਰ ਵਿੱਚ ਕਿਹਾ। ਕੋਈ ਉਹਦੀ ਉਸਤਤ ਸੁਣ ਕੇ, ਉਹਦੇ ਗੁਣ ਜਾਂ ਉਸ ਦੇ ਬਾਰੇ ਸੁਣ ਕੇ ਪਰਮਾਤਮਾ ਤੱਕ ਜਾਂਦਾ ਹੈ, ਔਰ ਕੋਈ ਬਾਣੀ ਦੇ ਉੱਤੇ, ਸ਼ਬਦ ਦੇ ਉੱਤੇ ਵਿਚਾਰ ਕਰਕੇ ਉਸ ਤੱਕ ਪਹੁੰਚਦਾ ਹੈ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵਿਚਾਰ ਦੀ ਇੰਪੋਰਟੈਂਸ ਗੁਰੂ ਸਾਹਿਬ ਨੇ ਸਾਡੇ ਸਾਹਮਣੇ ਰੱਖੀ ਹੈ। ਡਿੱਠੇ ਮੁਕਤ ਨਾ ਹੋਵੇ ਜਿਚਰ ਸ਼ਬਦ ਨਾ ਕਰੇ ਵਿਚਾਰ। ਇਸ ਤਰ੍ਹਾਂ ਦੇ ਪਲੈਟਫਾਰਮਸ, ਇਸ ਤਰ੍ਹਾਂ ਦੇ ਸ਼ਾਰਟ ਟਰਮ ਕੋਰਸਿਸ, ਇਸ ਤਰ੍ਹਾਂ ਦੇ ਸੈਮੀਨਾਰਸ ਇੱਕ ਸੋਰਸ ਹੈ ਸਾਡੇ ਸਭ ਵਾਸਤੇ, ਜਿਹਦੇ ਵਿੱਚ 2 ਸਟੇਜਸ ਕਵਰ ਹੋ ਰਹੀਆਂ ਨੇ। ਫਸਟ ਕਿ ਅਸੀਂ ਬਾਣੀ ਨੂੰ ਸੁਣਨੇ ਹਾਂ, ਪਰਮਾਤਮਾ ਦੇ ਬਾਰੇ 'ਚ ਅਸੀਂ ਸੁਣਨੇ ਹਾਂ, ਔਰ ਉਸ ਤੋਂ ਬਾਅਦ ਅਸੀਂ ਵਿਚਾਰ ਕਰੀਏ। ਤਾਂ ਜਦੋਂ ਅੱਜ ਅਸੀਂ ਸੁਣ ਕੇ ਜਾਈਏ ਤੋ ਐਜ਼ ਲਿਸਨਰਸ, ਐਜ਼ ਸਪੀਕਰਸ, ਐਜ਼ ਸੀਕਰਸ, ਅਗਰ ਅਸੀਂ ਕਹੀਏ, ਜਿਸ ਤਰ੍ਹਾਂ ਖੋਜੀ ਦੀ ਵੀ ਗੱਲ ਹੁਣੇ ਸਰ ਨੇ ਕੀਤੀ ਸੀ, ਸਾਡੇ ਮਨ ਦੇ ਵਿੱਚ ਇੱਕ ਥਾਟ ਚੱਲਣਾ ਚਾਹੀਦਾ ਹੈ ਕਿ ਗੁਰੂ ਸਾਹਿਬ ਸਾਡੇ ਵਾਸਤੇ ਕੀ ਫਲਸਫਾ ਰੱਖ ਰਹੇ ਨੇ। ਆਪਣੀ ਗੱਲ ਨੂੰ ਸ਼ੁਰੂ ਕਰਨ ਤੋਂ ਪਹਿਲੇ ਮੈਂ ਇੱਕ ਚੀਜ਼ ਕਲੀਅਰ ਕਰਾਂਗੀ ਕਿ ਅਸੀਂ ਆਮ ਤੌਰ 'ਤੇ ਸੋਚਦੇ ਹਾਂ ਕਿ ਜਦੋਂ ਅਸੀਂ ਵੂਮਨ ਐਮਪਾਵਰਮੈਂਟ, ਵੂਮਨ ਲਿਬਰੇਸ਼ਨ ਦੀ ਗੱਲ ਕਰ ਰਹੇ ਹਾਂ ਤਾਂ ਅਸੀਂ ਸਿਰਫ ਪੁਰਸ਼ਾਂ ਨੂੰ ਸਮਝਾਉਣਾ ਹੈ, ਓਨਲੀ ਦੇ ਹੈਵ ਟੂ ਬੀ ਟਾਰਗੇਟਡ। ਬਟ ਪ੍ਰੈਜ਼ੈਂਟ ਸਿਨੈਰੀਓ ਦੇ ਵਿੱਚ ਇੱਕ ਔਰਤ ਵਾਸਤੇ ਵੀ ਸਮਝਣਾ ਉਤਨਾ ਹੀ ਜ਼ਰੂਰੀ ਹੈ ਕਿ ਵੂਮਨ ਐਮਪਾਵਰਮੈਂਟ ਹੈ ਕਿ ਐਗਜ਼ੈਕਟਲੀ ਵਾਟ ਡਜ਼ ਇਟ ਮੀਨ, ਵੂਮਨ ਐਮਪਾਵਰਮੈਂਟ ਸੋਰਸਿਸ ਕੀ ਨੇ, ਔਰ ਗੁਰੂ ਸਾਹਿਬ ਸਾਡੇ ਸਾਹਮਣੇ ਕੀ ਕਨਸੈਪਟ ਰੱਖ ਰਹੇ ਨੇ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਦੋਂ ਅਸੀਂ ਕਿਸੇ ਵੀ ਐਸਪੈਕਟ ਨੂੰ ਦੇਖਾਂਗੇ, ਚਾਹੇ ਵੈਲਿਊ ਸਿਸਟਮ ਦੇਖੀਏ, ਚਾਹੇ ਸੇਵਾ ਦੇਖੀਏ, 2 ਚੀਜ਼ਾਂ ਦਾ ਬੈਲੈਂਸ ਸਾਡੇ ਸਾਹਮਣੇ ਚੱਲਦਾ ਹੈ ਕਿ ਮੈਟਾਫਿਜ਼ੀਕਲ ਟੂ ਫਿਜ਼ੀਕਲ ਐਂਡ ਫਿਜ਼ੀਕਲ ਟੂ ਮੈਟਾਫਿਜ਼ੀਕਲ। ਜਿਸ ਟਾਈਮ ਅਕਾਲ ਪੁਰਖ ਦੀ ਗੱਲ ਫਿਜ਼ੀਕਲ ਹਿਊਮਨ ਬੀਇੰਗ ਤੱਕ ਆਏਗੀ, ਉਹ ਇੱਕ ਵੇ ਆਫ ਲਾਈਫ ਅਪਣਾਏਗਾ, ਉਹ ਸਾਡੇ ਵਾਸਤੇ ਇੱਕ ਜੀਵਨ ਜਾਚ ਹੈ, ਕਿਉਂਕਿ ਸ਼ਬਦ ਜਿਹੜਾ ਹੈ ਗਿਆਨ ਹੈ। ਜਿਹੜਾ ਸ਼ਬਦ ਦੇ ਵਿਚਾਰ ਦੀ ਗੱਲ ਗੁਰੂ ਸਾਹਿਬ ਨੇ ਕੀਤੀ ਹੈ, ਸ਼ਬਦ ਸਾਡਾ ਵੈਲਿਊ ਸਿਸਟਮ ਹੈ, ਸ਼ਬਦ ਗੁਰੂ ਹੈ, ਸ਼ਬਦ ਇੱਕ ਚੇਤਨਾ ਹੈ, ਇੱਕ ਕੌਨਸ਼ੀਅਸਨੈਸ ਹੈ, ਇੱਕ ਵੇ ਆਫ ਲਾਈਫ ਹੈ। ਅਲਟੀਮੇਟਲੀ ਹਰ ਹਿਊਮਨ ਬੀਇੰਗ ਨੇ ਇਹਦੇ ਵਿੱਚ ਇੱਕ ਇਕੁਐਲਿਟੀ ਹੈ। ਪੁਰਸ਼ ਜਾਂ ਇਸਤਰੀ ਨੂੰ ਗੁਰੂ ਸਾਹਿਬ ਨੇ ਡਿਸਟਿੰਗੁਇਸ਼ ਨਹੀਂ ਕੀਤਾ ਕਿ ਪੁਰਸ਼ ਦੇ ਵਾਸਤੇ 4 ਪੁਰਸ਼ਾਰਥ ਹਨ ਜਾਂ ਇਸਤਰੀ ਵਾਸਤੇ ਜਾਂ ਨਹੀਂ ਹੈਗੇ ਨੇ। ਅਲਟੀਮੇਟਲੀ ਫਿਜ਼ੀਕਲ ਟੂ ਮੈਟਾਫਿਜ਼ੀਕਲ ਜਦੋਂ ਅਸੀਂ ਜਾਣਾ ਉਦੋਂ ਸੂਰਤ ਨੇ ਸ਼ਬਦ ਦੇ ਵਿੱਚ ਲੀਨ ਹੋਣਾ। ਉਹ ਸਪਿਰਿਚੁਅਲ ਐਸਪੈਕਟ ਹੈ ਜੋ ਸਾਡੇ ਸਾਹਮਣੇ ਗੁਰੂ ਸਾਹਿਬ ਨੇ ਸਾਨੂੰ ਦਿੱਤਾ ਹੈ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਦੋਂ ਵੀ ਅਸੀਂ ਅੱਜ ਦੇ ਹਿਸਾਬ ਨਾਲ ਜਾਂ ਅਸੀਂ ਕਿਸੇ ਯੁੱਗ ਵਿੱਚ ਵੀ, ਕਿਉਂਕਿ ਬਾਣੀ ਸਮੇਂ ਔਰ ਕਾਲ ਤੋਂ ਪਰੇ ਹੈ, ਉਹਨੂੰ ਜਦੋਂ ਅਸੀਂ ਸਮਝਣਾ ਹੈ ਤਾਂ 2 ਚੀਜ਼ਾਂ ਹੈ ਕਿ ਗੁਰਬਾਣੀ ਦਾ ਫਲਸਫਾ ਇੰਡੀਵਿਜੂਅਲ ਵਾਸਤੇ ਨਹੀਂ ਹੈ, ਵਿਅਕਤੀਗਤ ਨਹੀਂ ਹੈ, ਔਰ ਨਾ ਹੀ ਹੈ ਕਿਸੇ ਕਮਿਊਨਿਟੀ ਵਾਸਤੇ ਹੈ, ਕਿਉਂਕਿ ਗੁਰੂ ਸਾਹਿਬ ਨੇ ਹਿਊਮੈਨਿਟੀ ਦੀ ਗੱਲ ਕੀਤੀ ਹੈ। ਸੈਕੰਡਲੀ ਗੁਰੂ ਗ੍ਰੰਥ ਸਾਹਿਬ ਦਾ ਫਲਸਫਾ ਇਕੱਲੇ ਜਾ ਕੇ ਕਿਸੇ ਜੰਗਲ ਵਿੱਚ ਜਾ ਕੇ ਆਈਸੋਲੇਸ਼ਨ ਵਿੱਚ ਪ੍ਰੈਕਟਿਸ ਕਰਨ ਵਾਲੀ ਚੀਜ਼ ਨਹੀਂ ਹੈ। ਅਲਟੀਮੇਟਲੀ ਇਹ ਵੇ ਆਫ ਲਾਈਫ ਹੈ ਜਿਹੜਾ ਅਸੀਂ ਫੈਮਿਲੀ ਦੇ ਵਿੱਚ ਅਪਲਾਈ ਕਰਾਂਗੇ, ਔਰ ਉਸ ਤੋਂ ਬਾਅਦ ਸਮਾਜ ਦੇ ਵਿੱਚ ਇੱਕ ਪ੍ਰੈਕਟੀਕਲ ਵੇ ਆਫ ਲਾਈਫ ਗੁਰੂ ਸਾਹਿਬ ਨੇ ਜੀ ਕੇ ਦਿਖਾਇਆ ਸਾਡੇ ਸਾਹਮਣੇ। ਇਸ ਕਰਕੇ ਜਦੋਂ ਅਸੀਂ ਗੁਰੂ ਸਾਹਿਬ ਦੇ ਫਲਸਫੇ ਨੂੰ ਸਮਝਣਾ ਹੈ, ਗੁਰਬਾਣੀ ਨੂੰ ਸਮਝਣਾ ਹੈ, ਚਾਹੇ ਉਹ ਵੂਮਨ ਐਮਪਾਵਰਮੈਂਟ ਹੈ ਜਾਂ ਔਰਤ ਦਾ ਜੋ ਸੰਕਲਪ ਗੁਰੂ ਸਾਹਿਬ ਨੇ ਦਿੱਤਾ ਹੈ, ਉਹਦੇ ਵਾਸਤੇ ਸਾਨੂੰ ਪ੍ਰੈਜ਼ੈਂਟ ਸਿਨੇਰੀਓ ਨੂੰ ਸਾਹਮਣੇ ਰੱਖ ਕੇ ਫਿਰ ਵੂਮਨ ਐਮਪਾਵਰਮੈਂਟ ਨੂੰ ਸਮਝਣਾ ਪਏਗਾ। ਪ੍ਰੈਜ਼ੈਂਟ ਐਰਾ ਕੋਈ ਸਪੈਸ਼ਲ ਐਰਾ ਨਹੀਂ ਹੈ ਜਿਹਦੇ ਵਿੱਚ ਵੂਮਨ ਐਮਪਾਵਰਮੈਂਟ ਦੀ ਗੱਲ ਛਿੜੀ ਹੈ। ਹਰ ਏਜ ਵਿੱਚ, ਹਰ ਐਰਾ ਦੇ ਵਿੱਚ ਸਾਡੇ ਐਨਸੈਸਟਰਸ, ਉਹਨਾਂ ਦੇ ਐਨਸੈਸਟਰਸ, ਦੇ ਪਾਸਟ ਜਨਰੇਸ਼ਨਸ, ਸਭੀ ਦੇ ਸਾਹਮਣੇ, ਔਰਤ ਦੇ ਸਾਹਮਣੇ ਇਹ ਸਵਾਲ ਸੀ। ਔਰਤ ਨੇ ਆਪਣੀ ਐਮਪਾਵਰਮੈਂਟ ਮੰਗੀ, ਔਰਤ ਨੇ ਆਪਣੀ ਆਜ਼ਾਦੀ ਮੰਗੀ, क्या मिल गई? आज भी 21st सेंचुरी भी ख़त्म होने वाली है, स्टिल द क्वेश्चन परसिस्ट कि वुमेन एम्पावरमेंट सानू चाहिए है। एजुकेटेड एंड वुमेन, चाहे वो मैट्रोपोलिटन सिटीजन चाहे रूरल एरियाज़ हैं, वी हैव सीन कि काफ़ी हद तक लड़कियां दे कोल, औरतां दे कोल एजुकेशन है। पूरा नहीं मैं कह सकती, बट स्टिल दे हैव। सैकेंड, फाइनैंशियल इंडिपेंडेंस, जो उन्होंने जॉब्स, दे आर बिजनेस वुमेन ऑल्सो, दे हैव मनी, वो काफ़ी हद तक है। थर्ड, असी एम्पावरमेंट नूं लै रहे हैं कि डिसीजन मेकिंग, तो असी अगर देखिए तो अपनी लाइफ पार्टनर चुनन दा हक काफ़ी स्टेजेस दे विच, काफ़ी शहरां दे विच, ईवन हरियाणा दे विच वी हैव सीन लव मैरिजेस दा ट्रेंड, वो आज़ादी मिल चुकी है। असी शादी करना चाहते हैं या नहीं करना चाहते, यह भी आज़ादी अज एक लड़की दे कोल उहदे पेरेंट्स ने काफ़ी जगह दे विच दित्ती हुई है। बट इन्हां चीज़ां तो बावजूद मैरिज एज एन इंस्टीट्यूशन साढ़े सामने टुट रहा है बिल्कुल। उहदे ओपोजिशन है, डिवोर्स रेट्स वध गए, उहदे ओपोजिशन दे विच साढ़े वास्ते प्री मैरिटल सैक्स आ गया, उहदे सामने साढ़े वास्ते लिव इन रिलेशनशिप्स आ गए।
कि मैरिज करे बगैर दो लोग एक नाल रह रहे हैं। जो ਵੈਸਟਰਨ ਇਨਫਲੂਐਂਸ ਹੈ, ਵੀ ਬਲੇਮ ਦ ਵੈਸਟ, ਲੇਕਿਨ ਅਸੀਂ ਇਹ ਨਹੀਂ ਦੇਖਦੇ ਕਿ ਸਾਡੇ ਆਪਣੇ ਗ੍ਰਸਤ ਦੇ ਵਿੱਚ ਜਾਂ ਸਾਡੀ ਆਪਣੀ ਰਿਲੇਸ਼ਨਸ਼ਿਪ ਦੀ ਡੀਲਿੰਗਸ ਦੇ ਵਿੱਚ ਅਸੀਂ ਲੋਕ ਕਿੱਥੇ ਗਲਤ ਚੱਲ ਰਹੇ ਹਾਂ, ਜੋ ਇਹ ਚੀਜ਼ਾਂ ਸਾਡੇ ਸਾਹਮਣੇ ਇੱਕ ਚੈਲੰਜ ਬਣ ਕੇ ਆ ਗਈਆਂ ਨੇ। ਸੁਸਾਈਡ ਰੇਟਸ ਹਨ ਵੂਮਨ ਦੇ ਵਿੱਚ, डिस्पाइट देयर एजुकेशन या डिस्पाइट वो एक अच्छे प्रोफेशन सीनियर पोजीशंस ते हैं, लेकिन वर्क प्रेशर्स या फैमिली का प्रेशर नहीं हैंडल कर सकते एंड दे कमिट सुसाइड। एम्पावरमेंट और लिबरेशन ਜਦੋਂ ਅਸੀਂ ਐਜੂਕੇਸ਼ਨ ਨਾਲ ਜੋੜੀ ਹੈ ਔਰ ਜਦੋਂ ਅਸੀਂ ਫਾਈਨੈਂਸ਼ੀਅਲ ਇੰਡੀਪੈਂਡੈਂਸ ਨਾਲ ਜੋੜੀ ਹੈ, आई एम नॉट अपोजिंग एजुकेशन, आई एम नॉट अपोजिंग फाइनैंशियल इंडिपेंडेंस, लेकिन एजुकेशन और ਤੁਹਾਡੀ फाइनैंशियल इंडिपेंडेंस आउटवर्ड है, बाहरी है। वुमेन एम्पावरमेंट इंटरनल है, वुमेन लिबरेशन इंटरनल है। ਤੁਸੀਂ ਅਗਰ ਲਿਬਰੇਟ ਹੋਣਾ ਹੈ, ਆਜ਼ਾਦ ਹੋਣਾ ਹੈ, ਤਾਂ ਤੁਸੀਂ ਆਪਣੀ ਮਾਨਸਿਕਤਾ ਤੋਂ ਆਜ਼ਾਦ ਹੋਣਾ ਹੈ, ਔਰ ਤੁਸੀਂ ਅਗਰ ਐਮਪਾਵਰ ਹੋਣਾ ਹੈ ਤਾਂ ਤੁਸੀਂ ਆਪਣੇ ਵੈਲਿਊ ਸਿਸਟਮ 'ਤੇ ਇੱਕ ਸਟਰੋਂਗ ਫਾਊਂਡੇਸ਼ਨ ਦੇ ਉੱਪਰ, ਜੋ ਗੁਰੂ ਸਾਹਿਬ ਨੇ ਸਾਡੇ ਸਾਹਮਣੇ ਵੈਲਿਊ ਸਿਸਟਮ ਰੱਖਿਆ ਹੈ, ਉਹ ਕੋਈ ਆਰਕੇਕ ਨਹੀਂ ਹੈ, ਕੋਈ ਇਟ ਇਜ਼ ਨਾਟ ਫਰੋਜ਼ਨ ਇਨ ਟਾਈਮ, ਬਹੁਤ ਪ੍ਰਗਤੀ ਕ੍ਰੀਏਟਿਵ, ਜਿਹਨੂੰ ਪ੍ਰਗਤੀਸ਼ੀਲ ਅਸੀਂ ਕਹਿੰਦੇ ਹਾਂ, ਐਵਰ ਚੇਂਜਿੰਗ ਸਾਡੇ ਸਾਹਮਣੇ ਐਵਰ ਗਰੋਇੰਗ ਪਰਸਨੈਲਿਟੀ, ਜਿਹਨੂੰ ਅੱਜ ਅਸੀਂ ਟਰਮਸ ਯੂਜ਼ ਕਰ ਰਹੇ ਹਾਂ, ਮਲਟੀ ਡਾਇਮੈਂਸ਼ਨਲ ਐਂਡ ਮਲਟੀ ਟੈਲੈਂਟਡ ਵੂਮਨ ਆਫ ਸਬਸਟੈਂਸ। ਉਹ ਸਾਰੀ ਚੀਜ਼ ਜਦੋਂ ਅਸੀਂ ਗੁਰਬਾਣੀ ਨੂੰ ਪੜ੍ਹਦੇ ਹਾਂ ਤਾਂ ਸਾਨੂੰ ਕਲੀਅਰ ਹੁੰਦਾ ਹੈ ਕਿ ਗੁਰੂ ਸਾਹਿਬ ਕਿਸ ਤਰ੍ਹਾਂ ਦੀ ਔਰਤ ਦੀ ਸਿਰਜਣਾ, ਹੀ ਇਜ਼ ਨਾਟ ਸੇਇੰਗ ਕਿ ਤੁਸੀਂ ਆਈ ਬਣ ਜਾਓ, ਉਹਨਾਂ ਨੇ ਸਾਡੇ ਸਾਹਮਣੇ ਚੋਇਸ ਰੱਖੀ ਹੈ। ਜਿਸ ਤਰ੍ਹਾਂ ਗੁਰਮੁਖ ਔਰ ਮਨਮੁਖ ਸਰ ਨੇ ਕਿਹਾ ਕਿ ਦੋ ਚੋਇਸਿਸ ਹਨ, ਉਸੇ ਤਰ੍ਹਾਂ ਔਰਤ ਦੀ ਵੇਰੀਏਸ਼ਨਸ ਉਹਦੇ ਕੈਰੈਕਟਰਸ ਦੀਆਂ, ਉਹਦੇ ਮੂਡਸ ਦੀਆਂ ਗੁਰੂ ਸਾਹਿਬ ਨੇ ਸਾਡੇ ਸਾਹਮਣੇ ਰੱਖੀਆਂ ਹਨ। ਇਟ ਇਜ਼ ਦ ਚੋਇਸ ਦੈਟ ਵੀ ਹੈਵ ਟੂ ਮੇਕ। 16th ਸੈਂਚੁਰੀ ਦੇ ਵਿੱਚ ਫੈਮਿਨਿਸਟ ਮੂਵਮੈਂਟ ਸਟਾਰਟ ਹੋਈ, ਮਿਡ 18th ਸੈਂਚੁਰੀ ਦੇ ਵਿੱਚ ਫੈਮਿਨਿਸਟ ਮੂਵਮੈਂਟ ਹੋਈ, ਲੇਕਿਨ ਸਟ੍ਰੇਟ ਅਵੇ ਔਰਤਾਂ ਦੇ ਹੱਕ ਮੰਗਣ ਦੀ ਗੱਲ ਨਹੀਂ ਹੋਈ ਸੀ। ਪਹਿਲੇ ਉਹਨਾਂ ਦੇ ਗੁਣਾਂ ਨੂੰ ਦੱਸਿਆ ਗਿਆ, ਉਹਨਾਂ ਦੀ ਇੰਪੋਰਟੈਂਸ ਨੂੰ ਦੱਸਿਆ ਗਿਆ, ਉਹਨਾਂ ਦੇ ਰੋਲ ਨੂੰ ਦੱਸਿਆ ਗਿਆ ਕਿ ਇੱਕ ਵੂਮਨ ਦਾ ਰੋਲ ਪਰਿਵਾਰ ਦੇ ਵਿੱਚ ਕਿੰਨਾ ਇੰਪੋਰਟੈਂਟ ਹੈ, ਔਰ ਉਹਦੇ ਬਿਨਾਂ ਲਾਈਫ ਜਾਂ ਉਹਦੇ ਬਿਨਾਂ ਸੁਸਾਇਟੀ ਚੱਲਣੀ ਜਾਂ ਉਹਦੇ ਬਿਨਾਂ ਫੈਮਿਲੀ ਚੱਲਣੀ ਮੁਸ਼ਕਿਲ ਹੀ ਨਹੀਂ, ਨਾਮੁਮਕਿਨ ਹੈ। ਉਹ ਦੱਸਣ ਤੋਂ ਬਾਅਦ ਉਹਨਾਂ ਨੇ ਉਹਦੇ ਵਾਸਤੇ ਹੱਕ ਮੰਗਣ ਦੀ ਗੱਲ ਕੀਤੀ। ਉਸੇ ਤਰ੍ਹਾਂ 20th ਸੈਂਚੁਰੀ ਦੇ ਵਿੱਚ ਲਿਬਰੇਸ਼ਨ, ਵੂਮਨ ਲਿਬਰੇਸ਼ਨ ਮੂਵਮੈਂਟ ਸਟਾਰਟ ਹੋਈ, ਲੇਕਿਨ ਗੁਰੂ ਸਾਹਿਬ ਨੇ 500-550 ਸਾਲ ਪਹਿਲੇ ਗੱਲ ਕੀਤੀ ਸੀ, ਸੋ ਕਿਉਂ ਮੰਦਾ ਆਖੀਏ ਜਿਤ ਜਮੇ ਰਾਜਾਨ। ਅਸੀਂ ਇੱਕ ਪੰਕਤੀ ਪੜ੍ਹਨੇ ਔਰ ਅਸੀਂ ਲੋਕ ਕਹਿੰਦੇ ਹਾਂ ਕਿ ਕੌਨਸੈਪਟ ਸਾਨੂੰ ਸਮਝ ਆ ਗਿਆ, ਇਟ ਇਜ਼ ਸੋ ਸਿੰਪਲ। ਗੁਰੂ ਸਾਹਿਬ ਨੇ ਕਹਿ ਦਿੱਤਾ ਹੋਰ ਧਰਮਾਂ ਦੇ ਵਿੱਚ ਔਰਤਾਂ ਦੀ ਬੁਰਾਈ ਕੀਤੀ ਜਾਂਦੀ ਹੈ, ਸਾਨੂੰ ਗੁਰੂ, ਲੇਕਿਨ ਗੁਰੂ ਸਾਹਿਬ ਕਹਿ ਰਹੇ ਸੋ ਕਿਉਂ ਮੰਦਾ ਆਖੀਏ ਜਿਤ ਜਮੇ ਰਾਜਾਨ। ਕਿਆ ਸਿਰਫ ਜੋ ਔਰਤ ਰਾਜਾ ਨੂੰ ਜਨਮ ਦੇਗੀ ਉਹਨੂੰ ਮੰਦਾ ਨਹੀਂ ਕਹਿਣਾ, ਲੇਕਿਨ ਗੁਰੂ ਸਾਹਿਬ ਨੇ ਸਾਡੇ ਸਾਹਮਣੇ ਪੂਰਾ ਕਨਸੈਪਟ ਦਿੱਤਾ ਹੈ। ਅਗਰ ਉਹਨਾਂ ਨੇ ਦੁਹਾਗਣ ਦੀ ਗੱਲ ਕੀਤੀ ਤਾਂ ਗੁਰੂ ਸਾਹਿਬ ਨੇ ਸੁਹਾਗਣ ਦੱਸੀ ਹੈ ਕਿ ਸੁਹਾਗਣ ਕੈਸੀ ਹੋਏਗੀ। 32 ਸੁਲੱਖਣੀ 32 ਕੁਆਲਿਟੀਜ਼ ਆਫ ਦਾ ਵੂਮਨ ਗੁਰੂ ਸਾਹਿਬ ਨੇ ਦੱਸੀਆਂ ਹੈਗੀਆਂ ਨੇ। ਇਆਣੀ ਔਰ ਸਿਆਣੀ ਦੀ ਗੱਲ ਕੀਤੀ ਹੈ, ਸਿਆਣੀ ਜਿਹਦੇ ਕੋਲ ਵਿਜ਼ਡਮ ਹੈ, ਇਆਣੀ ਜੋ ਇਗਨੋਰੈਂਟ ਹੈ। ਇੱਕ ਜਰਨੀ ਹੈ ਜਿਹੜੀ ਇਗਨੋਰੈਂਸ ਤੋਂ ਵਿਜ਼ਡਮ ਵਾਲੇ ਪਾਸੇ, ਜਿਵੇਂ ਸਰ ਨੇ ਗਿਆਨ ਦੀ ਗੱਲ ਕੀਤੀ ਹੈ, ਗਿਆਨ ਵੀ ਗੁਰੂ ਸਾਹਿਬ ਨੇ ਬਿਲਕੁਲ ਸਾਂਝਾ ਇੱਕ ਮੇਲ ਔਰ ਫੀਮੇਲ ਵਾਸਤੇ ਦਿੱਤਾ। ਅਸੀਂ ਇਸ ਚੀਜ਼ ਦੀ ਇੰਟਰਪ੍ਰੀਟੇਸ਼ਨ ਸੋ ਕਿਉਂ ਮੰਦਾ ਆਖੀਏ ਜਿਤ ਜਮੇ ਰਾਜਾਨ ਦੇ ਵਿੱਚ 3 ਚੀਜ਼ਾਂ ਨੂੰ ਲਈਏ। ਫਸਟ ਇਜ਼ ਅਸੀਂ ਅਸੈਪਟ ਕਰੀਏ, ਸੈਕਿੰਡ ਇਜ਼ ਅਸੀਂ ਰਿਸਪੈਕਟ ਕਰੀਏ, ਥਰਡ ਇਜ਼ ਅਸੀਂ ਪ੍ਰੋਟੈਕਟ ਕਰੀਏ। ਲੇਕਿਨ ਇਹ ਮੈਸੇਜ ਮੇਲਸ ਵਾਸਤੇ ਨਹੀਂ ਹੈ, ਫੀਮੇਲਸ ਵਾਸਤੇ ਵੀ ਹੈ। ਫਸਟ ਆਫ ਆਲ ਇੱਕ ਔਰਤ ਹੀ ਔਰਤ ਦੀ ਹੋਂਦ ਨੂੰ ਅਸੈਪਟ ਨਹੀਂ ਕਰਦੀ। ਜਿਸ ਟਾਈਮ ਵੀ ਕਿਸੇ ਲੇਡੀ ਨੂੰ ਇਹ ਪਤਾ ਚੱਲਦਾ ਹੈ ਕਿ ਸ਼ੀ ਇਜ਼ ਕੈਰਿੰਗ ਅ ਡਾਟਰ ਜਾਂ ਉਹਦੇ ਇੱਕ ਸੈਕਿੰਡ ਡਾਟਰ ਹੋਣ ਵਾਲੀ ਹੈ, ਫੀਮੇਲ ਫਿਟੀਸਾਈਡ ਆਪਣੀ ਮਰਜ਼ੀ ਦੇ ਨਾਲ ਔਰਤ ਖੁਦ ਕਰਵਾਉਂਦੀ ਹੈ, ਕਿਉਂਕਿ ਉਹਦੀ ਮਾਨਸਿਕਤਾ ਦੇ ਵਿੱਚ ਹੈ ਕਿ ਉਹਨੂੰ ਵੀ ਬੇਟਾ ਚਾਹੀਦਾ ਹੈ। ਸੈਕਿੰਡਲੀ, ਜਿਸ ਟਾਈਮ ਮੈਰਿਡ ਰਿਲੇਸ਼ਨਸ਼ਿਪਸ ਦੇ ਵਿੱਚ ਪ੍ਰੋਬਲਮ ਆਏਗੀ, ਉਹਦੇ ਵਿੱਚ ਅਗਰ ਤੁਸੀਂ ਡੀਪਲੀ ਓਬਜ਼ਰਵ ਕਰੋਗੇ, ਇਟ ਇਜ਼ ਨੈਵਰ ਬਿਟਵੀਨ ਮੇਲ ਐਂਡ ਫੀਮੇਲ, ਇਟ ਇਜ਼ ਮੋਸਟਲੀ ਬਿਟਵੀਨ ਫੀਮੇਲ ਐਂਡ ਫੀਮੇਲ, ਕਿਉਂਕਿ ਅਸੈਪਟੈਂਸ ਨਹੀਂ ਹੈ। ਸੈਕਿੰਡਲੀ, ਰਿਸਪੈਕਟ ਹਰ ਲੜਕੀ ਦੇ, ਬਿਕਾਜ਼ ਸ਼ੀ ਇਜ਼ ਆਲਸੋ ਅ ਹਿਊਮਨ ਬੀਇੰਗ, ਸ਼ੀ ਇਜ਼ ਐਨ ਇੰਡੀਵਿਜੂਅਲ। ਉਹਦੀ ਆਪਣੀ ਡਰੀਮਸ ਹਨ, ਉਹਦੀ ਡਿਜ਼ਾਇਰਸ ਹਨ, ਉਹਦੀ ਐਸਪੀਰੇਸ਼ਨਸ ਹਨ, ਵਾਟ ਸ਼ੀ ਵਾਂਟਸ ਟੂ ਬਿਕਮ, ਹਾਊ ਸ਼ੀ ਵਾਂਟਸ ਟੂ ਲਿਵ ਹਰ ਲਾਈਫ। ਇਸ ਚੀਜ਼ ਨੂੰ ਸਾਨੂੰ ਅਸੀਂ ਜਦੋਂ ਅਸੈਪਟ ਕਰਨੇ ਹਾਂ, ਉਸੇ ਟਾਈਮ ਅਸੀਂ ਰਿਸਪੈਕਟ ਤਦ ਕਰ ਸਕਦੇ ਹਾਂ। ਰਿਸਪੈਕਟ ਵਿਦਾਊਟ ਅਸੈਪਟਿੰਗ ਨਹੀਂ ਆਏਗੀ। ਥਰਡ ਇਜ਼ प्रोटेक्शन, प्रोटेक्ट तो मेरा मतलब है नहीं है कि औरत कमज़ोर है या फिज़िकली वीक है, उसका मतलब है दैट यू स्टैंड बाय हर,
whether you are her brother or her husband, या तुसी ओदी sister हो, mother-in-law, whatever relationship you have with her, you have to stand by her. ਉਹਨੂੰ moral strength ਤੁਸੀਂ, when she is right, you should say she is right. ਅਗਰ ਉਹ ਗਲਤ ਹੈ, you should say that she is wrong. ਦੋ ਐਸਪੈਕਟਸ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਅਸੀਂ ਪਿਓਰਲੀ ਉਹਨੂੰ ਅਧਿਆਤਮਿਕ ਵੀ ਨਹੀਂ ਕਹਿ ਸਕਦੇ ਔਰ ਪੂਰਾ ਦੁਨਿਆਵੀ ਵੀ ਨਹੀਂ ਕਹਿ ਸਕਦੇ। ਤੋ ਦੋ ਐਸਪੈਕਟਸ ਇੱਕ ਪਰਫੈਕਟ ਬੈਲੈਂਸ ਦੇ ਵਿੱਚ, ਜਿਵੇਂ ਮੈਂ ਪਹਿਲੇ ਮੈਟਾਫਿਜ਼ੀਕਲ ਔਰ ਫਿਜ਼ੀਕਲ ਕਿਹਾ, ਇੱਥੇ ਵੀ ਮੈਂ ਸਪਿਰਿਚੁਅਲ ਔਰ ਟੈਂਪੋਰਲ ਦੋਨੋਂ ਕਨਸੈਪਟਸ ਗੁਰੂ ਸਾਹਿਬ ਇੱਕ ਬੈਲੈਂਸ ਵਿੱਚ ਲਿਆ ਰਹੇ ਨੇ। ਜਿਸ ਟਾਈਮ ਅਸੀਂ ਸਪਿਰਿਚੁਅਲ ਅਧਿਆਤਮਿਕ ਪੱਖ ਬਾਣੀ ਦਾ ਦੇਖਾਂਗੇ ਤਾਂ ਗੁਰੂ ਸਾਹਿਬ ਨੇ ਹਰ ਇਨਸਾਨ ਨੂੰ ਇੱਕ ਜੀਵ ਇਸਤਰੀ ਮੰਨਿਆ ਹੈ, ਹਰ ਆਤਮਾ ਨੂੰ ਉਹਨਾਂ ਨੇ ਜੀਵ ਇਸਤਰੀ ਕਿਹਾ ਹੈ, ਜਿਹਦੇ ਵਿੱਚ ਬਾਣੀ ਦੇ ਵਿੱਚ ਪੰਕਤੀ ਹੈ, ਏਕੇ ਕੰਧ ਸਬਾਏ ਨਾਰ। ਕਿਸੇ ਨੂੰ ਮੇਲ ਔਰ ਫੀਮੇਲ ਨੂੰ ਡਿਸਟਿੰਗਵਿਸ਼ ਨਹੀਂ ਕੀਤਾ ਗੁਰੂ ਸਾਹਿਬ ਨੇ ਇੱਧਰ। ਸੈਕਿੰਡ ਐਸਪੈਕਟ ਜਿਹੜਾ ਮੋਸਟਲੀ ਅਸੀਂ ਇਗਨੋਰ ਕਰਦੇ ਹਾਂ, ਦੇਰ ਇਜ਼ ਅ ਡਿਫਰੈਂਸ ਬਿਟਵੀਨ ਫੈਮਿਨਿਸਟ ਫੀਮੇਲ ਐਂਡ ਫੈਮਿਨਿਨ। ਗੁਰੂ ਸਾਹਿਬ ਫੈਮਿਨਿਨ ਐਸਪੈਕਟ ਨੂੰ ਟੱਚ ਕਰਕੇ ਚੱਲ ਰਹੇ ਨੇ। ਅਸੀਂ ਲੋਕ ਜਨਰਲੀ ਕਹਿ ਦਿੰਦੇ ਹਾਂ ਫੈਮਿਨਿਸਟ ਮੂਵਮੈਂਟ ਚੱਲੀ ਸੀ, ਫੀਮੇਲ ਦੇ ਬਾਰੇ 'ਚ ਹੱਕ ਦੀ ਗੱਲ ਕੀਤੀ, ਬਟ ਹੀ ਇਜ਼ ਰੈਫਰਿੰਗ ਟੂ ਐਟ ਅ ਡੀਪਰ ਲੈਵਲ। ਅਗਰ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਸਮਝਣ ਦੀ ਕੋਸ਼ਿਸ਼ ਕਰੀਏ, ਜਾਂ ਜੋ ਮੈਨੂੰ ਲੱਗਦਾ ਹੈ, ਜਿਤਨਾ ਮੈਨੂੰ ਆਈ ਫੀਲ ਮੈਨੂੰ ਸਮਝ ਆਇਆ, ਉਹ ਫੈਮਿਨਿਨ ਟ੍ਰੇਟ ਦੀ ਗੱਲ ਕਰ ਰਹੇ ਨੇ। ਦੋ ਚੀਜ਼ਾਂ, ਜੈਂਡਰ ਐਂਡ ਸੈਕਸ, ਦੇਰ ਇਜ਼ ਅ ਡਿਫਰੈਂਸ ਬਿਟਵੀਨ ਦ ਟੂ। ਅਸੀਂ ਜਿਸ ਟਾਈਮ ਐਡਮਿਸ਼ਨ ਫਾਰਮਸ ਭਰ ਰਹੇ ਹਾਂ, ਜਾਂ ਅਸੀਂ ਜਿਸ ਟਾਈਮ ਕੋਈ ਜੌਬ ਦੇ ਫਾਰਮਸ ਭਰ ਰਹੇ ਹਾਂ, ਦੇਰ ਇਜ਼ ਅ ਕਾਲਮ ਸੈਕਸ ਮੇਲ ਫੀਮੇਲ, ਜੈਂਡਰ ਮੇਲ ਫੀਮੇਲ। ਦੈਟ ਇਜ਼ ਕੰਪਲੀਟਲੀ ਰੋਂਗ, ਬਿਕੋਜ਼ ਸੈਕਸ ਮੇਲ ਫੀਮੇਲ ਹੁੰਦਾ ਹੈ, ਜੈਂਡਰ ਫੈਮਿਨਨ ਔਰ ਮੈਸਕੂਲਿਨ ਹੁੰਦਾ ਹੈ, ਔਰ ਇਹ ਯੂਨੈਸਕੋ ਦੀ ਡੈਫੀਨੇਸ਼ਨ ਹੈ, ਦਿਸ ਇਜ਼ ਨਾਟ ਮਾਈ ਡੈਫੀਨੇਸ਼ਨ। ਔਰ ਇਹਦਾ ਸੈਕਿੰਡ ਐਸਪੈਕਟ ਇਜ਼ ਕਿ ਜਦੋਂ ਅਸੀਂ ਫੈਮਿਨਿਨ ਟ੍ਰੇਟਸ ਜਾਂ ਮੈਸਕੂਲਿਨ ਟ੍ਰੇਟਸ ਦੀ ਗੱਲ ਕਰ ਰਹੇ ਹਾਂ, socially and culturally what is expected, ਤੁਹਾਡੇ ਕੋਲੋਂ ਸਮਾਜ ਕੀ ਐਕਸਪੈਕਟ ਕਰ ਰਿਹਾ, ਤੁਹਾਡਾ ਬਿਹੇਵੀਅਰ, ਤੁਹਾਡੀ ਐਕਟੀਵਿਟੀਜ਼, ਤੁਹਾਡਾ ਕੈਰੈਕਟਰ, ਤੁਹਾਡਾ ਰੋਲ। ਕੈਰੈਕਟਰ ਤੋਂ ਮੇਰਾ ਮਤਲਬ ਸ਼ਰੀਫ ਜਾਂ ਬਦਮਾਸ਼ ਨਹੀਂ ਹੈ, ਕੈਰੈਕਟਰ ਇਜ਼ ਸਮੇਸ਼ਨ ਆਫ ਕੁਆਲਿਟੀਜ਼, ਗੁਣਾਂ ਦੀ ਗੱਲ। ਔਰ ਗੁਰੂ ਸਾਹਿਬ ਨੇ ਗੁਣਾਂ ਦੇ ਨਾਲ ਜੋੜ ਕੇ, ਔਰ ਗੁਰੂ ਸਾਹਿਬ ਫੈਮਿਨਿਨ ਐਸਪੈਕਟ ਦੀ ਗੱਲ ਕਰ ਰਹੇ ਨੇ, ਪੁਰਖ ਮੇ ਨਾਰ, ਨਾਰ ਮੇ ਪੁਰਖਾ, ਬੂਝੋ ਬ੍ਰਹਮ ਗਿਆਨੀ। ਫੈਮਿਨਨ ਔਰ ਮੈਸਕੂਲਿਨ ਟ੍ਰੇਟਸ ਹਰ ਇਨਸਾਨ ਦੇ ਅੰਦਰ ਹਨ, ਕਿਉਂਕਿ ਮੇਲ ਔਰ ਫੀਮੇਲ ਦੇ ਕੰਬੀਨੇਸ਼ਨ ਦੇ ਨਾਲ ਹੀ ਇੱਕ ਇਨਸਾਨ ਦੁਨੀਆ ਜਾਏਗਾ। ਐਸਾ ਹੋ ਨਹੀਂ ਸਕਦਾ ਕਿ ਉਹ ਪਿਓਰ ਫੈਮਿਨਿਨ ਹੋਏ, ਬਿਕੋਜ਼ ਫੈਮਿਨਿਨ ਐਂਡ ਮੈਸਕੂਲਿਨ ਹੈਜ਼ ਨਥਿੰਗ ਟੂ ਡੂ ਵਿਦ ਦ ਬੋਡੀ, ਕਿ ਉਹ ਫੀਮੇਲ ਬੋਡੀ ਹੈ ਜਾਂ ਮੇਲ ਬੋਡੀ ਹੈ। ਦੋਨੋਂ ਜੋ ਮੈਂ ਇਹਨੂੰ ਇਸ ਤਰ੍ਹਾਂ ਲਾਂਗੀ ਕਿ ਫੈਮਿਨਿਨ ਔਰ ਮੈਸਕੂਲਿਨ ਦੇ ਆਰ ਟੂ ਐਨਰਜੀਜ਼, ਔਰ ਉਹ ਐਨਰਜੀਜ਼ ਬੈਲੈਂਸ ਐਂਡ ਚੱਲਣਗੀਆਂ ਤਦੇ ਹੀ ਤੁਸੀਂ ਪੀਸਫੁਲੀ ਚੱਲ ਸਕਦੇ ਹੋ। ਫਿਜ਼ੀਕਲ ਲੈਵਲ ਦੇ ਉੱਤੇ ਅਗਰ ਅਸੀਂ ਦੇਖਾਂਗੇ ਤਾਂ ਮੇਲ ਔਰ ਫੀਮੇਲ ਦਾ ਕੌਨਫਲਿਕਟ ਇਜ਼ ਵਿਜ਼ੀਬਲ, ਕਿਉਂਕਿ ਇੱਕ ਕੰਪੀਟੀਸ਼ਨ ਦੋਨਾਂ ਦੇ ਵਿੱਚ ਹੈ, ਓਪਨ ਹੈ, ਤਾਂ ਹੀ ਡਿਵੋਰਸ ਹੈ, ਔਰ ਤਾਂ ਹੀ ਐਕਸਟਰਾ ਮੈਰਿਟਲ ਰਿਲੇਸ਼ਨ, ਸਭ ਚੀਜ਼ਾਂ ਦੋਨਾਂ ਦੇ ਵਿੱਚ ਇੱਕ ਕਨਫਲਿਕਟ ਹੈ। ਲੇਕਿਨ ਫੈਮਿਨਿਨ ਔਰ ਮੈਸਕੂਲਿਨ ਜੋ ਟ੍ਰੇਟਸ ਜਾਂ ਜੋ ਐਨਰਜੀਜ਼, ਫॉर एग्जाम्पल अगर मेरे अंदर ਹਨ, ਤੁਹਾਡੇ ਅੰਦਰ ਹਨ, ਇਟਸ ਇਨਸਾਈਡ ਐਵਰੀ ਸਿੰਗਲ ਇੰਡੀਵਿਜੂਅਲ। ਸਾਡੇ ਅੰਦਰ ਵੀ ਇੱਕ ਦਵੰਦ ਹੈ, ਸਾਡੇ ਅੰਦਰ ਵੀ ਇੱਕ ਕੌਨਫਲਿਕਟ ਚੱਲ ਰਿਹਾ ਹੈ। ਇਸ ਕਰਕੇ ਗੁਰੂ ਸਾਹਿਬ ਸਾਨੂੰ ਕਹਿ ਰਹੇ ਨੇ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਕਿ ਡੀਪਰ ਲੈਵਲ ਦੇ ਵਿੱਚ ਜਿਸ ਟਾਈਮ ਅਸੀਂ ਆਪਣੀ ਸੁਰਤ ਤੱਕ ਜਾਣਾ ਹੈ, ਪਿਓਰ ਕੌਨਸ਼ੀਅਸਨੈਸ ਤੱਕ ਜਾਣਾ ਹੈ, ਉਹ ਪਰਮਾਤਮਾ ਦਾ ਅੰਸ਼ ਹੈ, ਔਰ ਉਹਦੇ ਵਿੱਚ ਉਹੀ ਕੁਆਲਿਟੀਜ਼ ਹਨ, ਉਹੀ ਗੁਣ ਹਨ ਜੋ ਪਰਮਾਤਮਾ ਦੇ ਵਿੱਚ ਹਨ। ਫਰਦਰ ਜੋ ਸਪਿਰਿਚੁਅਲ ਐਸਪੈਕਟ ਪਲੱਸ ਜੋ ਫੈਮਿਨਿਨ ਐਸਪੈਕਟ ਹੈ, ਉਹਦੇ ਵਿੱਚ ਅਗਰ ਅਸੀਂ ਉਹਨੂੰ ਕਲੀਅਰ ਅੱਜ ਥੋੜ੍ਹਾ ਜਿਹਾ ਸਮਝ ਕੇ ਵੀ ਜਾਈਏ ਤਾਂ ਸਾਨੂੰ ਸਮਝ ਆਏਗਾ ਐਜ਼ ਅ ਵੂਮਨ ਮੇਰਾ ਰੋਲ ਕੀ ਹੈ। ਇਹ ਟੌਪਿਕ ਵੂਮਨ ਐਮਪਾਵਰਮੈਂਟ ਦਾ, ਇਸ ਕਰਕੇ ਮੈਂ ਵੂਮਨ ਦੀ ਗੱਲ ਕਰ ਰਹੀ ਹਾਂ। ਇਟ ਇਜ਼ ਨਾਟ ਕਿ ਮੈਂ ਕੋਈ ਬਾਇਸ ਕਰਕੇ ਚੱਲ ਰਹੀ ਹਾਂ। ਸਾਡੇ ਰੋਲ ਕੀ ਨੇ, ਸਾਡੇ ਰਿਸਪੌਂਸਿਬਿਲਿਟੀਜ਼ ਕੀ ਨੇ, ਔਰ ਸਾਨੂੰ ਉਹ ਫੁਲਫਿਲ ਕਰਨ ਵਾਸਤੇ ਰਿਸੋਰਸਿਸ ਕਿਹੜੇ ਮਿਲੇ ਹੋਏ ਨੇ। ਰਿਸੋਰਸਿਸ ਸਾਡੇ ਕੋਲ ਆਲਰੇਡੀ ਇਨਹਰੈਂਟ ਹਨ, ਜਿਹੜੇ ਸਾਡੇ ਅੰਦਰ ਹੀ ਹਨ। ਇਟ ਇਜ਼ ਜਸਟ ਕਿ ਅਸੀਂ ਉਹਨਾਂ ਨੂੰ ਰੈਕਗਨਾਈਜ਼ ਨਹੀਂ ਕਰ ਰਹੇ, ਇਸ ਕਰਕੇ ਉਹਨਾਂ ਨੂੰ ਯੂਟੀਲਾਈਜ਼ ਨਹੀਂ ਕਰ ਪਾ ਰਹੇ ਹਾਂ। ਅਸੀਂ ਇੱਕ ਐਫਰਟਲੈਸ ਸਾਡੇ ਵਾਸਤੇ ਗੁਰੂ ਸਾਹਿਬ ਜਰਨੀ ਰੱਖ ਰਹੇ ਨੇ ਕਿ ਇੱਕ ਸਿੰਗਲ ਵੂਮਨ ਐਂਡ ਦੈਨ ਟੂ ਅ ਮੈਰਿਡ ਵੂਮਨ ਐਂਡ ਦੈਨ ਸ਼ੀ ਬਿਕਮਸ ਅ ਮਦਰ, ਉਹਦੀ ਜਿਹੜੀ ਟ੍ਰਾਂਜੀਸ਼ਨ ਹੈ ਉਹ ਕਿੰਨੀ ਸਮੂਥ ਹੈ ਔਰ ਕਿੰਨੀ ਸਹਿਜ ਤਰੀਕੇ ਨਾਲ ਹੋਏਗੀ। ਜਿੰਨੇ ਵੀ ਇੰਪੋਰਟੈਂਟ ਕਨਸੈਪਟਸ ਅਗਰ ਅਸੀਂ ਗੁਰੂ ਗ੍ਰੰਥ ਸਾਹਿਬ ਵਿੱਚ ਦੇਖੀਏ ਜਾਂ ਓਵਰਆਲ ਅਸੀਂ ਸਿੱਖ ਮੈਂ ਧਰਮ ਟਰਮ ਅਗਰ ਯੂਜ਼ ਕਰਾਂ, ਬਿਕੋਜ਼ ਇਟ ਇਜ਼ ਅ ਵੇ ਆਫ ਲਾਈਫ, ਇਹਨੂੰ ਇੱਕ ਪਰਟੀਕੂਲਰ ਮਜ਼ਹਬ ਜਾਂ ਉਹ ਨਹੀਂ ਅਸੀਂ ਕਹਿ ਸਕਦੇ। ਮਾਤਾ ਧਰਤ ਮਹਿਤ, ਇਟ ਇਜ਼ ਵੂਮਨ। ਮਾਤਾ ਫੈਮਿਨਿਨ ਹੈ, ਵੂਮਨ ਨਹੀਂ ਕਹਾਂਗੀ ਮੈਂ, ਫੈਮਿਨਿਨ ਹੈ। प्राकृति बलिहारी कुदरत वस्या फेमिनिन है। संगत
ਸਮਿਤੀ ਤੋਂ ਆਇਆ ਹੈ, ਜਿਹਦਾ ਮਤਲਬ ਹੁੰਦਾ ਪਰਮਾਤਮਾ ਦੀ ਲੜਕੀ, ਫੈਮਿਨਿਨ ਹੈ। ਬਾਣੀ ਫੈਮਿਨਿਨ ਹੈ, ਸੁਰਤ ਫੈਮਿਨਿਨ ਹੈ, ਪਿਓਰ ਕੌਨਸ਼ੀਅਸਨੈਸ ਫੈਮਿਨਿਨ ਹੈ, ਜੋਤ ਹਰ ਤੁਮੇ ਜੋਤ ਧਰੀ ਫੈਮਿਨਿਨ ਹੈ। ਇਹਨਾਂ ਦੇ ਵਿੱਚ ਸਭ ਚੀਜ਼ਾਂ ਦੇ ਵਿੱਚ ਇੱਕ ਕਾਮਨ ਚੀਜ਼ਾਂ ਜੋ ਫੈਮਿਨਿਨ ਵਰਚੂਜ਼ ਸਾਹਮਣੇ ਆਉਣਗੀਆਂ। ਫਸਟ ਇਜ਼ ਗਿਆਨ, ਦੇ ਆਰ ਸੋਰਸ ਆਫ ਨੌਲੇਜ। ਸਾਨੂੰ ਧਰਤੀ ਤੋਂ ਸਿੱਖਣ ਨੂੰ ਮਿਲ ਰਿਹਾ, ਸਾਨੂੰ ਪ੍ਰਾਕ੍ਰਿਤੀ ਤੋਂ ਸਿੱਖਣ ਨੂੰ ਮਿਲ ਰਿਹਾ। ਔਰ ਸੰਗਤ ਇੱਕ ਕਲੈਕਟਿਵ ਕੌਨਸ਼ੀਅਸਨੈਸ, ਇੱਕ ਕੰਸਟਰਕਟਿਵ ਸੁਸਾਇਟੀ, ਇੱਕ ਪੋਜ਼ੀਟਿਵ ਐਟੀਟਿਊਡ, ਇੱਕ ਕਲੈਕਸ਼ਨ ਆਫ ਪੀਪਲ ਗੁਰੂ ਸਾਹਿਬ ਐਸੀ ਤਿਆਰ ਕਰ ਰਹੇ ਨੇ ਜਿਹੜੇ ਲਾਈਫ ਦੇ ਵਿੱਚ ਪੋਜ਼ੀਟਿਵਿਟੀ ਲਾ ਕੇ ਆਏ। ਜੋ ਚੜ੍ਹਦੀ ਕਲਾ ਦਾ ਕੌਨਸੈਪਟ ਅਸੀਂ ਲੋਕ ਕਹਿ ਰਹੇ ਹਾਂ, ਕਿ ਜੋ ਇੱਕ ਚੇਤਨਾ ਨੂੰ ਕੰਪਲੀਟ ਅਵੇਅਰਨੈਸ ਨੂੰ ਜਾਗਰਿਤ ਕਰਕੇ ਚਲੇ।